ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਮੁੜ ਤੋਂ ਸਵਾਗਤ ਹੈ ਸਾਡੇ ਪ੍ਰੋਗਰਾਮ ਕਾਨੂੰਨੀ ਜਾਣਕਾਰੀ ਵਿੱਚ। ਸਾਡਾ ਅੱਜ ਦਾ ਵਿਸ਼ਾ ਹੈ ਨੰਬਰਦਾਰ ਦੀ ਨਿਯੁਕਤੀ। ਸੋ ਆਓ ਗੱਲਬਾਤ ਕਰਦੇ ਹਾਂ ਸੀਨੀਅਰ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ੍ਰੀ ਅਕਾਲ ਸਰ, ਮੇਰਾ ਤੁਹਾਡੇ ਤੋਂ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਇੱਕ ਪਿੰਡ ਵਿੱਚ ਕਿੰਨੇ ਨੰਬਰਦਾਰ ਹੁੰਦੇ ਨੇ ਤੇ ਇਹਨਾਂ ਦੀ ਨਿਯੁਕਤੀ ਕੌਣ ਕਰਦਾ ਹੈ? ਦੇਖੋ ਜੀ ਵੀ ਤੁਸੀਂ ਨੰਬਰਦਾਰ ਦੀ ਗੱਲ ਕੀਤੀ। ਪਹਿਲੀ ਤਾਂ ਗੱਲ ਆ ਆਮ ਕਰਕੇ ਪਿੰਡਾਂ ਵਿੱਚ ਇੱਕ ਨੰਬਰਦਾਰ ਤਾਂ ਜ਼ਰੂਰ ਹੁੰਦਾ ਆ। ਤੇ ਬਾਕੀ ਆ ਪਿੰਡ ਦੇ ਵਿੱਚ ਜਿੰਨੀ ਜ਼ਮੀਨ ਜ਼ਿਆਦਾ, ਆਬਾਦੀ ਜ਼ਿਆਦਾ ਆ, ਮੈਂ ਜਿੱਦਾਂ ਪੱਤੀਆਂ ਵੀ ਜ਼ਿਆਦਾ ਹੋ ਸਕਦੀਆਂ, ਤੋਂ ਕਹਿਣ ਤੋਂ ਮਤਲਬ ਆ ਵੀ ਇੱਕ ਨੰਬਰਦਾਰ ਦੇ ਇੱਕ ਪਿੰਡ ਵਿੱਚ ਇੱਕ ਤੋਂ ਜ਼ਿਆਦਾ ਨੰਬਰਦਾਰ ਵੀ ਹੋ ਸਕਦੇ ਆ ਜਾਂ ਇੱਕ ਤੋਂ ਜ਼ਿਆਦਾ ਨਿਯੁਕਤੀਆਂ ਵੀ ਹੋ ਸਕਦੀਆਂ। ਉਹ ਪਿੰਡ ਦੇ ਸਾਈਜ਼ ਤੇ ਪਿੰਡ ਦਾ ਏਰੀਆ, ਪਿੰਡ ਦੀ ਜਿਹੜੀ ਸਾਰੀ ਹੈਗੀ ਆ ਆਬਾਦੀ, ਉਹਦੇ ਲਿਹਾਜ਼ ਦੇ ਨਾਲ ਕਿਸੇ ਪਿੰਡ ਵਿੱਚ 2 ਨੰਬਰਦਾਰ ਵੀ ਆ, ਕਿਸੇ ਵਿੱਚ 3 ਵੀ ਆ। ਕਿ ਆਮ ਕਰਕੇ ਪਿੰਡ ਵਿੱਚ ਇੱਕ ਜਿਹੜਾ ਉਹ ਮੁੱਢ ਕਦੀਮ ਤੋਂ ਇੱਕ ਤੇ ਜ਼ਰੂਰ ਹੁੰਦਾ ਜਿਹੜਾ ਕਿ ਇਸ ਪੋਸਟ ਤੇ ਬਿਰਾਜਮਾਨ ਹੁੰਦਾ। ਤੇ ਬਾਕੀ ਤੁਸੀਂ ਪੁੱਛਿਆ ਕਿ ਇੱਕ ਤੋਂ ਜ਼ਿਆਦਾ ਵੀ ਆ, ਉਹਦਾ ਜਵਾਬ ਪਹਿਲਾਂ ਹੀ ਆ ਗਿਆ ਕਿ ਜੇ ਪਿੰਡ ਵੱਡਾ, ਜ਼ਮੀਨ ਜ਼ਿਆਦਾ ਆ, ਪੱਤੀਆਂ ਆ, ਤੇ ਇੱਕ ਬੰਦਾ ਸਾਰੇ ਪਿੰਡ ਵਿੱਚ ਸਾਰੇ ਕੰਮ ਸਾਰੇ ਲੋਕਾਂ ਦੇ ਨਹੀਂ ਕਰਾ ਸਕਦਾ, ਤੇ ਇਸ ਕਰਕੇ ਉੱਥੇ ਇੱਕ ਦੀ ਬਜਾਏ 2 ਵੀ ਹੋ ਜਾਂਦੇ ਆ, 2 ਦੀ ਬਜਾਏ 3 ਵੀ ਹੋ ਸਕਦੇ ਆ। ਕਈ ਪਿੰਡ ਇੰਨੇ ਵੱਡੇ ਆ ਵੀ ਉੱਥੇ 4-4, 5-5, 6, 7-7 ਪੱਤੀਆਂ ਆ, ਉਹ ਹਰ ਪੱਤੀ ਦਾ ਇੱਕ ਨੰਬਰਦਾਰ ਹੁੰਦਾ। तो एक वो मतलब एक तो ज़्यादा नंबरदार भी हो सकते हैं। एक नंबरदार चुनने ਲਈ ਕੀ ਕੁਆਲੀਫਿਕੇਸ਼ਨਸ ਹੋਣੀਆਂ ਚਾਹੀਦੀਆਂ? ਪਹਿਲੀ ਗੱਲ ਤੇ ਇਹ ਆ ਵੀ ਇੱਕ ਜਿਹੜਾ ਨੰਬਰਦਾਰ ਆ, ਕੋਈ ਬੰਦਾ ਵੀ ਉਹ ਨੰਬਰਦਾਰ ਬਣਨ ਲਈ ਆਪਣੀ ਦਰਖਾਸਤ ਦੇ ਸਕਦਾ। ਸਭ ਤੋਂ ਪਹਿਲਾਂ ਨੰਬਰਦਾਰ ਬਣਾਉਣ ਲਈ ਉਹਦੀ ਪੋਸਟ ਜਿਹੜੀ ਉਹ ਖਾਲੀ ਹੋਣੀ ਚਾਹੀਦੀ ਹੈ, ਕਿਉਂਕਿ ਜਦੋਂ ਤੋਂ ਅੰਗਰੇਜ਼ਾਂ ਦੀ ਨੇ ਇਹ ਪੋਸਟ ਨੂੰ ਕ੍ਰੀਏਟ ਕੀਤਾ ਸੀ, ਆਪਣੀ ਸਹੂਲਤ ਲਈ ਕੀਤਾ ਸੀ। ਹੁਣ ਇਹ ਲੋਕਾਂ ਦੀ ਇੱਕ ਜ਼ਰੂਰਤ ਬਣ ਗਈ ਆ, ਜਾਂ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਆ, ਜਾਂ ਮਤਲਬ ਇਹ ਕੋਈ ਫालतू ਬੰਦਾ ਨਹੀਂ ਲੱਗਿਆ ਅੱਜ ਤੱਕ ਵੀ, ਕਿਉਂਕਿ ਇਹ ਮਾਲ ਮਹਿਕਮੇ ਦਾ ਹੁੰਦਾ ਆ। ਇਹਦੀ ਅਪਾਇੰਟਮੈਂਟ ਜਿਹੜਾ ਉਹ DC ਕਰਦਾ ਆ। ਤੇ ਇਸ ਕਰਕੇ DC ਜਦੋਂ ਕੋਈ ਪੁਰਾਣਾ ਬਿਮਾਰ ਹੋ ਜਾਂਦਾ, ਜਾਂ ਇਹ ਜ਼ਿਆਦਾ ਹੋ ਜਾਂਦੀ ਆ, ਜਾਂ ਉਹਦੀ ਸੁਰਤੀ ਨਹੀਂ ਠੀਕ ਰਹਿੰਦੀ, ਜਾਂ ਉਹਦੀ ਮੌਤ ਹੋ ਜਾਂਦੀ ਆ, ਜਾਂ ਉਹ ਖੁਸ਼ੀ ਨਾਲ ਛੱਡ ਦਿੰਦਾ ਆ, ਜਦੋਂ ਉਹਦੀ ਪੋਸਟ ਖਾਲੀ ਹੋ ਜਾਂਦੀ ਆ, ਉਹਦੇ ਥਾਂ ਇਹ ਇੱਕ ਪੋਸਟ ਕ੍ਰੀਏਟ ਕੀਤੀ ਜਾਂਦੀ ਹੈ। ਜਿਹੜਾ ਵੀ ਨੰਬਰਦਾਰ, ਮੰਨ ਲਓ ਕਿਸੇ ਪਿੰਡ 2 ਨੰਬਰਦਾਰ ਹੈ, 4 ਆ, ਜਿਹੜਾ ਨੰਬਰਦਾਰ ਬਿਮਾਰ ਆ, ਜਿਹੜਾ ਨੰਬਰਦਾਰ ਅਸਤੀਫਾ ਦੇਂਦਾ, ਜਿਹੜਾ ਨੰਬਰਦਾਰ ਨਹੀਂ ਕਰਨਾ ਚਾਹੁੰਦਾ, ਜਿਹੜਾ ਨੰਬਰਦਾਰ ਕਿਸੇ ਬਿਮਾਰੀ 'ਚ ਘਿਰਿਆ ਆ, ਜਾਂ ਹੋਰ ਕਾਰਨ ਕਰਕੇ, ਜਾਂ ਕਿਸੇ ਨੰਬਰਦਾਰ ਨੂੰ ਮਤਲਬ ਅਦਾਲਤ ਰਾਹੀਂ ਜਾਂ ਜਿਹੜਾ ਇਹਨੂੰ ਅਪੁਆਇੰਟ ਕਰਦਾ DC ਰਾਹੀਂ ਹਟਾ ਦਿੱਤਾ ਜਾਂਦਾ, ਉਹਦੀ ਪੋਸਟ ਖਾਲੀ ਹੁੰਦੀ ਆ। ਉਹਦੀ ਜਦੋਂ ਪੋਸਟ ਖਾਲੀ ਹੁੰਦੀ ਤਾਂ ਉਹਦੇ ਲਈ ਦਰਖਾਸਤਾਂ ਮੰਗੀਆਂ ਜਾਂਦੀਆਂ। ਦਰਖਾਸਤਾਂ ਕੌਣ ਮੰਗਦਾ? ਸਭ ਤੋਂ ਪਹਿਲਾਂ ਇਹ ਆ ਕਿ ਉਹਨੂੰ ਦੱਸਿਆ ਜਾਂਦਾ ਕਿ ਆਹ ਵੀ ਪੋਸਟ ਖਾਲੀ ਹੋ ਗਈ ਆ। ਜਿਹੜਾ ਸਭ ਤੋਂ ਛੋਟਾ ਅਫਸਰ ਕਹਿ ਲਓ ਜਾਂ ਜੁੜਵਾਂ ਕਹਿ ਲਓ, ਉਹ ਹੁੰਦਾ ਪਿੰਡ ਦਾ ਪਟਵਾਰੀ, ਉਹਨੂੰ ਦੱਸਿਆ ਜਾਂਦਾ, ਤੇ ਉਹ ਫਿਰ ਤਹਿਸੀਲਦਾਰ ਦੀ ਰਜ਼ਾਮੰਦੀ ਦੇ ਨਾਲ, ਸਹਿਮਤੀ ਨਾਲ ਗੱਲ ਕਰਕੇ ਉਹ ਪਿੰਡ ਦੇ ਵਿੱਚ ਇੱਕ ਮਤਲਬ ਇਤਲਾਹ ਦਿੰਦਾ ਕਿ ਜਿਹੜਾ ਵੀ ਨੰਬਰਦਾਰ ਸੀ ਉਹਦੀ ਐਸ ਕਾਰਨ ਕਰਕੇ ਜਿਹੜੀ ਜਗ੍ਹਾ ਖਾਲੀ ਹੋ ਗਈ ਆ, ਉਹਦੇ ਤਾਂ ਇੱਕ ਨਵੀਂ ਨਿਯੁਕਤੀ ਆ ਜਿਹੜੀ DC ਸਾਹਿਬ ਕਰਨਗੇ। ਉਹਦੇ ਲਈ ਦਰਖਾਸਤਾਂ ਮੰਗੀਆਂ ਜਾਂਦੀਆਂ, ਤੇ ਹਰ ਬੰਦਾ, ਹਰ ਚਾਹਵਾਨ ਬੰਦਾ, ਹਰ ਕੈਂਡੀਡੇਟ ਜੋ ਨੰਬਰਦਾਰ ਬਣਨਾ ਚਾਹੁੰਦਾ, ਉਹ ਇੰਨੀ ਤਰੀਕ ਤੱਕ ਆਪਣੀਆਂ ਦਰਖਾਸਤਾਂ ਦੇ ਸਕਦਾ ਹੈ। ਤੇ ਉਹ ਦੱਸ ਦਿੰਦੇ ਵੀ ਕਿਹਨੂੰ ਦੇਣੀਆਂ। ਕਈ ਵਾਰ ਉਹ ਆਖਦਾ ਪਹਿਲਾਂ ਮੈਨੂੰ ਦੇ ਦਿਓ, ਜਾਂ ਨਾਇਬ ਤਹਿਸੀਲਦਾਰ ਦੇ ਦਿਓ। ਜਿੱਥੇ ਕਿਹਾ ਹੋਵੇ ਉੱਥੇ ਤੁਸੀਂ ਹਰ ਬੰਦਾ, ਹਰ ਕੈਂਡੀਡੇਟ ਜਿਹੜਾ ਬਣਨਾ, ਉੱਥੇ ਜਾ ਕੇ ਦਰਖਾਸਤ ਦੇ ਸਕਦਾ। ਹੁਣ ਤੁਹਾਡਾ ਅਗਲਾ ਸਵਾਲ ਹੁੰਦਾ ਵੀ ਜਿਹੜੀ ਉਸ ਨੰਬਰਦਾਰ ਬਣਨ ਲਈ ਉਹ ਦਰਖਾਸਤ ਦੇਣੀ ਆ, ਉਹਦੇ ਵਿੱਚ ਕੀ ਹੋਣਾ ਚਾਹੀਦਾ? ਤਾਂ ਉਹਦੇ ਵਿੱਚ ਮੋਟੇ ਤੌਰ 'ਤੇ ਉਹ ਬੰਦਾ ਜਿਹੜਾ ਉਹਦੀਆਂ ਕੁਆਲੀਫਿਕੇਸ਼ਨਾਂ ਹੋਣੀਆਂ ਚਾਹੀਦੀਆਂ। ਪਹਿਲਾਂ ਤਾਂ ਉਹ ਬੰਦਾ ਹੀ ਦਰਖਾਸਤ ਦੇ ਸਕਦਾ ਜਿਹੜਾ 21 ਸਾਲ ਦੀ ਉਮਰ ਆਪਣੀ ਪੂਰੀ ਕਰ ਚੁੱਕਾ ਹੋਵੇ, ਜਿਹੜਾ ਦਿਵਾਲੀਆ ਨਾ ਹੋਵੇ, ਜਿਹੜਾ ਪਾਗਲ ਨਾ ਹੋਵੇ, ਜਿਹੜਾ ਦਿਮਾਗੀ ਤੌਰ 'ਤੇ ਠੀਕ ਹੋਵੇ, ਜਿਹਦਾ ਰਿਕਾਰਡ ਮਾੜਾ ਨਾ ਹੋਵੇ, ਜਿਹੜਾ ਆਮ ਸ਼ਹਿਰੀ ਹੋਵੇ, ਤੇ ਵੱਧ ਤੋਂ ਵੱਧ ਹਰਮਨ ਪਿਆਰਾ ਵੀ ਹੋਵੇ। ਉਹ ਜਿਹੜਾ ਆਪਣੇ ਆਪ ਨੂੰ ਯੋਗ ਸਮਝਦਾ, ਉਹ ਇੱਕ ਦਰਖਾਸਤ ਦੇ ਸਕਦਾ। ਦਰਖਾਸਤ ਦੇ ਨਾਲ ਉਹਨੂੰ ਕੀ ਲਾਉਣਾ ਹੁੰਦਾ? ਇੱਕ ਤੇ ਇਹ ਆ ਕਿ ਆਪਣੀ ਉਮਰ ਦਾ ਸਰਟੀਫਿਕੇਟ ਉਹ ਜ਼ਰੂਰ ਲਾਉਣਾ ਹੁੰਦਾ,
ਜਿਹੜਾ ਸਬੂਤ ਹੋਵੇ ਕਿ ਮੇਰੀ ਇੰਨੀ ਉਮਰ ਹੈ। ਜੇ ਉਹ ਪੜ੍ਹਿਆ ਲਿਖਿਆ ਹੈ, ਕਿਉਂਕਿ ਅੱਜ ਕੱਲ੍ਹ ਦਾ ਜਿਹੜਾ ਮਹਿਕਮਾ ਆ ਉਹ ਪੜ੍ਹਾਈ ਲਿਖਾਈ ਦਰਖਾਸਤਾਂ ਸਭ ਕੁਝ ਹੁੰਦੀਆਂ ਤੇ ਪੜ੍ਹਿਆ ਲਿਖਿਆ ਜ਼ਰੂਰ ਚਾਹੀਦਾ। ਪਰ ਤਕਰੀਬਨ ਸਾਰੇ ਪਿੰਡਾਂ ਵਿੱਚ ਲੋਕ ਹੁਣ ਪੜ੍ਹੇ ਲਿਖੇ ਆ ਵੀ ਜਿੱਦਾਂ 10ਵੀਂ ਤੱਕ ਜਾਂ +2 ਤੱਕ ਆ, ਤੇ ਤੁਹਾਨੂੰ ਆਪਣੀ ਪੜ੍ਹਾਈ ਦਾ ਵੀ ਇੱਕ ਸਰਟੀਫਿਕੇਟ ਲਾਉਣਾ ਪਏਗਾ, ਦੱਸਣਾ ਪਏਗਾ ਕਿ ਮੈਂ ਕਿੰਨਾ ਪੜ੍ਹਿਆ ਆ। ਉਹ ਐਫੀਡੇਵਿਟ ਦੇ ਸਪੋਰਟ ਨਾਲ ਵੀ ਹੋ ਸਕਦਾ, ਉਹ ਸਕੂਲ ਤੋਂ ਸਰਟੀਫਿਕੇਟ ਲੈ ਕੇ ਵੀ ਹੋ ਸਕਦਾ। ਤੋਂ ਪਹਿਲਾ ਉਮਰ ਦਾ ਹੋ ਗਿਆ, ਦੂਜਾ ਕੁਆਲੀਫਿਕੇਸ਼ਨ ਦਾ ਹੋ ਗਿਆ। ਤੋਂ ਅਗਲਾ ਪੁਆਇੰਟ ਇਹ ਆ ਕਿ ਤੁਸੀਂ ਜਿਹੜੇ ਪਿੰਡ ਵਿੱਚ ਰਹਿੰਦੇ ਆ, ਕੀ ਤੁਹਾਨੂੰ ਕੋਈ ਰਿਕਮੈਂਡ ਕਰਦਾ? ਪਿੰਡ ਦੀ ਸੁਸਾਇਟੀ ਜਾਂ ਪਿੰਡ ਦੇ ਲੋਕ ਜਾਂ ਪਿੰਡਾਂ ਦਾ ਇੱਕ ਗਰੁੱਪ ਜਾਂ ਪਿੰਡ ਦੀ ਇੱਕ ਪੰਚਾਇਤ ਉਹ ਕਹਿ ਸਕਦੇ ਕਿ ਆਹ ਬੰਦਾ ਜਿਹੜਾ ਇਹਦੇ ਕੋਲ ਵੱਧ ਤੋਂ ਵੱਧ ਟਾਈਮ ਆ, ਪੜ੍ਹਿਆ ਲਿਖਿਆ ਆ, ਉਮਰ ਇਹਦੀ ਠੀਕ ਆ, ਹਰਮਨ ਪਿਆਰਾ ਆ, ਲੋਕਾਂ ਦੇ ਕੰਮ ਕਰਦਾ ਆ, ਇਸ ਕਰਕੇ ਅਸੀਂ ਸਿਫਾਰਿਸ਼ ਕਰਦੇ ਆ ਕਿ ਇਹਨੂੰ ਬਣਾਇਆ ਜਾਵੇ। ਉਹ ਜਿਹੜਾ ਇਦਾਂ ਦਾ ਸਰਟੀਫਿਕੇਟ ਕੋਈ ਹੁੰਦਾ ਜਿਹਦੇ ਵਿੱਚ ਲੋਕਾਂ ਨੇ ਤੁਹਾਡੀ ਮਦਦ ਕੀਤੀ ਹੋਵੇ, ਉਹ ਵੀ ਤੁਸੀਂ ਆਪਣੀ ਦਰਖਾਸਤ ਦੇ ਨਾਲ ਲਾ ਸਕਦੇ ਹੋ। ਉਸ ਤੋਂ ਅਗਲੀ ਗੱਲ ਕਿ ਤੁਸੀਂ ਕਿੰਨੀ ਜਾਇਦਾਦ ਦੇ ਮਾਲਕ ਆ, ਕਿਉਂਕਿ ਇਹਦੇ ਵਿੱਚ ਜਾਇਦਾਦ ਹੋਣੀ ਜ਼ਰੂਰੀ ਆ, ਖਾਸ ਕਰਕੇ ਜਿਹੜੀ ਕਿਸਾਨਾਂ ਦਾ ਜਿਹਦੇ ਵਿੱਚ ਚੁਣਿਆ ਜਾਂਦਾ। ਕਿਉਂਕਿ ਕਦੇ ਮਾਮਲਾ ਇਕੱਠਾ ਕਰਨਾ ਉਹ ਹਜ਼ਾਰਾਂ ਵਿੱਚ ਵੀ ਹੋ ਸਕਦਾ, ਉਹ ਲੈ ਕੇ ਜਮ੍ਹਾਂ ਵੀ ਕਰਾਉਣਾ ਹੁੰਦਾ, ਹੋਰ ਜ਼ਿੰਮੇਵਾਰੀਆਂ ਵੀ ਹੁੰਦੀਆਂ। ਤੇ ਤੁਹਾਡੀ ਜਾਇਦਾਦ ਤੁਸੀਂ ਕੁਤਾਹੀ ਕਰੋ, ਤੁਹਾਤੋਂ ਪੈਸੇ ਵਸੂਲ ਕੀਤੇ ਜਾਣ, ਉਹ ਤੁਹਾਨੂੰ ਜਾਇਦਾਦ ਵੀ ਦੱਸਣੀ ਪੈਂਦੀ ਆ ਕਿ ਕਿੰਨੀ ਮੈਂ ਜਾਇਦਾਦ ਦਾ ਮਾਲਕ ਆ। ਜਿੰਨੀ ਤੁਹਾਡੀ ਪੜ੍ਹਾਈ ਜ਼ਿਆਦਾ ਹੋਵੇਗੀ, ਉਮਰ ਜਿੰਨੀ ਤੁਹਾਡੀ ਘੱਟ ਹੋਵੇਗੀ, ਤੇ ਜਿੰਨਾ ਤੁਹਾਡੇ ਕੋਲ ਜ਼ਮੀਨ ਜ਼ਿਆਦਾ ਹੋਵੇਗੀ, ਉਨੇ ਤੁਹਾਡੇ ਨੰਬਰ ਜ਼ਿਆਦਾ ਹੋਣਗੇ। ਅੱਜ ਕੱਲ੍ਹ ਜਾਂ ਇਸ ਤੋਂ ਪਹਿਲਾਂ ਕਈ ਤਰ੍ਹਾਂ ਜਿਹੜਾ ਇੱਕ ਨੰਬਰਦਾਰ ਨੂੰ ਅਪੁਆਇੰਟ ਕੀਤਾ ਜਾਂਦਾ। ਕਈ ਵਾਰੀ ਤਾਂ ਇਹ ਦੇਖਿਆ ਜਾਂਦਾ ਵੀ ਜਿਹੜਾ ਮਰਨ ਵਾਲਾ ਆ ਉਹਨੂੰ ਜੱਦੀ ਕਹਿੰਦੇ ਆ, ਉਹਦਾ ਮੁੰਡਾ, ਉਹਦਾ ਲੜਕਾ ਜਾਂ ਉਹਦਾ ਭਤੀਜਾ ਜਾਂ ਉਸ ਪਰਿਵਾਰ 'ਚੋਂ ਹੋਵੇ, ਉਹਨੂੰ ਪਹਿਲ ਦਿੱਤੀ ਜਾਂਦੀ ਆ, ਉਹਨੂੰ ਕਹਿੰਦੇ ਜੱਦੀ ਨੰਬਰਦਾਰੀ। ਤਾਂ ਕਈ ਵਾਰੀ ਸਰਕਾਰ ਕਹਿੰਦੀ ਵੀ ਨਹੀਂ ਅਸੀਂ ਮੈਰਿਟ 'ਤੇ ਰੱਖਣਾ। ਤੇ ਜਦੋਂ ਤੁਸੀਂ ਮੈਰਿਟ 'ਤੇ ਲੈਣਾ ਤੇ ਬਾਕੀ ਚੀਜ਼ਾਂ ਜਿਹੜੀਆਂ ਤੁਹਾਨੂੰ ਮੈਂ ਦੱਸੀਆਂ, ਉਹ ਤੋਂ ਇਲਾਵਾ ਤੁਸੀਂ ਦੱਸੋ ਵੀ ਤੁਸੀਂ ਕਦੇ ਪਿੰਡ ਵਿੱਚ ਕੰਮ ਕੀਤਾ, ਕੋਈ ਚੰਗਾ ਕੰਮ ਕੀਤਾ, ਕੋਈ ਭਲਾਈ ਦਾ ਕੰਮ ਕੀਤਾ, ਕੋਈ ਸਕੂਲ ਦਾ ਕੰਮ ਕੀਤਾ, ਕੋਈ ਤੁਸੀਂ ਆਪਣੇ ਪਿੰਡ ਦੇ ਲੋਕਾਂ ਲਈ ਕੰਮ ਕੀਤਾ ਹੋਵੇ, ਪਿੰਡ ਵਿੱਚ ਜੰਗ ਵੇਲੇ ਕੰਮ ਕੀਤਾ ਹੋਵੇ, ਸੋਕੇ ਵੇਲੇ ਕੰਮ ਕੀਤਾ ਹੋਵੇ, ਹੜ੍ਹ ਵੇਲੇ ਕੰਮ ਕੀਤਾ ਹੋਵੇ। ਰੈੱਡ ਕਰਾਸ ਦੀ ਇੱਕ ਜਥੇਬੰਦੀ ਆ ਜਿੱਥੇ ਲੋਕ ਦਾਨ ਦਿੰਦੇ ਆ, ਜਿੱਥੇ ਔਖੇ ਵੇਲੇ ਉੱਥੋਂ ਦਾਨ ਦੇ ਦਿੱਤਾ, ਪਿੰਡਾਂ ਨੂੰ ਦਿੱਤਾ ਜਾਂਦਾ ਜਾਂ ਗਰੀਬਾਂ 'ਚ ਵੰਡਿਆ ਜਾਂਦਾ। ਕੀ ਤੁਸੀਂ ਉਦੋਂ ਹੀ ਕਦੀ ਮੈਂਬਰਸ਼ਿਪ ਲਈ ਆ ਜਾਂ ਉਹਦੇ ਵਿੱਚ ਕੋਈ ਪੈਸਾ ਦਿੱਤਾ ਆ? ਅਗਰ ਇਹ ਹੋਵੇ, ਇਹ ਚੀਜ਼ਾਂ ਜਿਹੜੀਆਂ ਸਾਰੀਆਂ ਨਾਲ ਤੁਹਾਡੇ ਲਾਈਆਂ ਜਾਂਦੀਆਂ। ਸਰ ਸਾਨੂੰ ਇਹ ਦੱਸੋ ਕਿ ਜਿਹੜੇ ਨੰਬਰਦਾਰ ਹੁੰਦੇ ਨੇ ਇਹਨਾਂ ਦੀ ਤਨਖਾਹ ਵੀ ਨਿਰਧਾਰਿਤ ਹੁੰਦੀ ਹੈ? ਜੇ ਹੁੰਦੀ ਹੈ ਤੇ ਇਹ ਕੌਣ ਕਰਦਾ ਹੈ? ਦੇਖੋ, ਨੰਬਰਦਾਰ ਜਿਹੜਾ ਆ ਉਹ ਪੁਆਇੰਟ ਕੀਤਾ ਜਾਂਦਾ। ਪਹਿਲੀ ਗੱਲ ਤੇ ਇਹ ਆ, ਇਹ ਕੋਈ ਵੋਟਾਂ ਨਾਲ ਜਿੱਦਾਂ ਸਰਪੰਚ ਬਣਦਾ ਉੱਦਾਂ ਨਹੀਂ ਬਣਦਾ। ਤੇ ਇਹ ਡੀਸੀ ਸਾਹਿਬ ਜਿਹੜੇ ਹੁੰਦੇ ਵਾ ਜ਼ਿਲ੍ਹੇ ਦੇ, ਜਿਹਨੂੰ ਕਲੈਕਟਰ ਕਹਿੰਦੇ ਨੇ, ਉਹ ਇਹਨਾਂ ਨੂੰ ਅਪੁਆਇੰਟ ਕਰਦਾ। ਔਰ ਇਹਨਾਂ ਦੀ ਇੱਕ ਤਨਖਾਹ ਹੁੰਦੀ ਆ ਜਿਹੜੀ ਕਿ ਟਾਈਮ ਟੂ ਟਾਈਮ ਸਰਕਾਰ ਨਿਰਧਾਰਿਤ ਕਰਦੀ ਰਹਿੰਦੀ ਆ। ਪਹਿਲਾਂ ਮਾਮਲਾ ਕਰਾਉਣਾ ਹੁੰਦਾ ਸੀ, ਅੱਜ ਕੱਲ੍ਹ ਮਾਮਲਾ ਮਾਫ ਆ। ਤਾਂ ਜਦੋਂ ਤੁਸੀਂ ਮਾਮਲਾ ਲੈਂਦੇ ਤਾਂ ਉਹਦਾ ਇੱਕ ਹਿੱਸਾ ਇਹਨਾਂ ਨੂੰ ਮਿਲਦਾ ਸੀ, ਪਰ ਜਦੋਂ ਮਾਮਲਾ ਤੁਸੀਂ ਕਰਾ ਲੈਂਦੇ ਆ ਉਹਦੇ ਵਿੱਚੋਂ ਇੰਨੇ % ਤੁਹਾਡਾ ਰਿਹਾ ਤੇ ਬਾਕੀ ਤੁਹਾਨੂੰ ਜਮ੍ਹਾਂ ਕਰਾ ਕੇ ਰਸੀਦ ਲੈ ਕੇ ਸਰਕਾਰ ਨੂੰ ਦੇਣੀ ਪੈਂਦੀ ਸੀ। ਤੇ ਹੁਣ ਉਹ ਤੋਂ ਬਾਅਦ ਇਹ ਆ ਕਿ ਆਮ ਕਰਕੇ ਜਿਹੜੀ ਜ਼ਮੀਨਾਂ ਆ ਉਹਨਾਂ ਦਾ ਮਾਮਲਾ ਮਾਫ ਹੋ ਗਿਆ ਤੇ ਇਹਨਾਂ ਨੂੰ ਸਰਕਾਰੀ ਖਜ਼ਾਨੇ ਦੇ ਵਿੱਚੋਂ ਤਨਖਾਹ ਜਿਹੜਾ ਡੀਸੀ ਸਾਹਿਬ ਜਾਂ ਡਿਪਾਰਟਮੈਂਟ ਜਿਹੜਾ ਹੈਗਾ ਆ ਉਹ ਤੁਹਾਨੂੰ ਦਿੰਦਾ ਆ। ਤੁਸੀਂ ਉਹ ਮਹੀਨੇ ਬਾਅਦ ਲੈਣੀ ਹੁੰਦੀ ਆ। ਪਰ ਇਹ ਜਿਹੜੀ ਤਨਖਾਹ ਆ ਇਹ ਸਮੇਂ-ਸਮੇਂ ਸਰਕਾਰਾਂ ਬਦਲਦੀਆਂ ਰਹਿੰਦੀਆਂ। ਕਦੇ 1000 ਰੁਪਇਆ, ਕਦੇ 2000, ਕਦੇ 1500, ਕਦੇ 500। ਹੁਣ ਤੱਕ ਕਈ ਸਰਕਾਰਾਂ ਨੇ ਐਲਾਨ ਕੀਤੇ ਆ ਕਿ ਇੱਕ ਭੱਤਾ ਵੀ ਤੁਹਾਨੂੰ ਹੋਰ ਦੇਣਾ, ਤਾਂ ਕਿ ਜਿਹੜੇ ਤੁਹਾਨੂੰ ਬੰਦੇ ਮਿਲਣ ਆਉਂਦੇ ਆ, ਜਿਹੜੇ ਸਰਕਾਰੀ ਬੰਦੇ ਆਉਂਦੇ ਆ, ਜਿਹਨਾਂ ਨੂੰ ਤੁਸੀਂ ਚਾਹ ਪਾਣੀ ਪਿਲਾਉਂਦੇ ਆ, ਉਹਦਾ ਖਰਚਾ ਵੀ ਆ। ਤੇ ਉਹ ਸਾਰਾ ਪਾ ਕੇ ਇਹਨਾਂ ਨੂੰ ਇੱਕ ਜਿਹੜੀ ਤਨਖਾਹ ਨਿਯੁਕਤ ਕੀਤੀ ਜਾਂਦੀ ਆ, ਚਾਹੇ ਉਹ ਕੰਮ ਘੱਟ ਕਰਨ ਚਾਹੇ ਵੱਧ ਕਰਨ, ਉਹ ਤਨਖਾਹ ਇਹਨਾਂ ਨੂੰ ਸਰਕਾਰੀ ਖਜ਼ਾਨੇ 'ਚੋਂ ਮਿਲਦੀ ਰਹਿੰਦੀ ਹੈ। ਸਰ ਸਾਨੂੰ ਇਹ ਦੱਸੋ ਨੰਬਰਦਾਰ ਦੀ ਨਿਯੁਕਤੀ ਕਿਹੜੇ ਪ੍ਰੋਸੀਜਰ ਤੋਂ ਹੁੰਦੀ ਹੈ ਤੇ ਇਹਨਾਂ ਦੀ ਜੇ ਕੋਈ ਅਪੀਲ ਹੁੰਦੀ ਹੈ ਤਾਂ ਉਹ ਵੀ ਸਾਨੂੰ ਦੱਸੋ। ਦੇਖੋ, ਜਿੱਦਾਂ ਮੈਂ ਪਹਿਲੇ ਸ਼ੁਰੂ ਵਿੱਚ ਦੱਸਿਆ ਸੀ ਕਿ ਜਦੋਂ ਐਪਲੀਕੇਸ਼ਨਾਂ ਮੰਗੀਆਂ ਜਾਂਦੀਆਂ ਕਿ ਕਿਹੜੇ ਬੰਦੇ ਚਾਹਵਾਨ ਆ, ਉਹ ਵੀ ਮੈਂ ਦੱਸਿਆ ਉਹਦੇ ਨਾਲ ਕੀ ਲਾਉਣਾ ਆ। ਤੇ ਬਈ ਤੁਸੀਂ ਬਰਥ ਸਰਟੀਫਿਕੇਟ ਲਾਓ, ਆਪਣੀ ਕੁਆਲੀਫਿਕੇਸ਼ਨ ਲਾਓ ਕਿ ਮੈਂ ਕਿੰਨਾ ਪੜ੍ਹਿਆ ਆ, ਮੇਰੀ ਉਮਰ ਕਿੰਨੀ ਆ,
ਹੋਰ ਜਿਹੜੇ ਤੁਹਾਨੂੰ ਕੋਈ ਸੁਸਾਇਟੀ ਵੱਲੋਂ, ਸਭਾ ਵੱਲੋਂ, ਲੋਕਾਂ ਵੱਲੋਂ ਪ੍ਰਸ਼ੰਸਾ ਪੱਤਰ ਮਿਲੇ ਆ, ਜਾਂ ਤੁਸੀਂ ਕੋਈ ਦਾਨ ਪੁੰਨ ਜ਼ਿਆਦਾ ਕੀਤਾ ਆ, ਜਾਂ ਤੁਸੀਂ ਔਖ ਵੇਲੇ ਦੇਸ਼ ਦੇ ਕੰਮ ਆਏ ਆ, ਤੇ ਉਹਦੀ ਜੇ ਕੋਈ ਪ੍ਰਸ਼ੰਸਾ ਪੱਤਰ ਆ, ਜ਼ਿਆਦਾ ਕੋਈ ਰਿਕਾਰਡ ਆ, ਜਾਂ ਪੰਚਾਇਤ ਤੁਹਾਨੂੰ ਚਾਹੁੰਦੀ ਆ, ਜਾਂ ਬਰਾਦਰੀ ਤੁਹਾਨੂੰ ਚਾਹੁੰਦੀ ਆ, ਜਾਂ ਜਿਸ ਪੱਤੀ ਦੀ ਆ ਉਹ ਪੱਤੀ ਸਮੁੱਚੇ ਤੌਰ ਤੇ ਤੁਹਾਨੂੰ ਚਾਹੁੰਦੀ ਆ, ਜਾਂ ਤੁਹਾਨੂੰ ਕਿਉਂ ਚਾਹੁੰਦੀ ਆ, ਉਹ ਜਿਹੜੀ ਲਿਖਤ ਆ, ਜਿਹੜਾ ਉਹ ਜੋ ਤੁਸੀਂ ਲਾਉਣਾ ਚਾਹੁੰਦੇ ਆ, ਤੁਹਾਡੀ ਜ਼ਮੀਨ ਕਿੰਨੀ ਆ, ਹਾਂਜੀ, ਉਹ ਸਾਰਾ ਕੁਝ ਆਪਣੀ ਦਰਖਾਸਤ ਦੇ ਨਾਲ ਲਾ ਦਿਓ। ਇਹ ਆਮ ਕਰਕੇ ਜਿਹੜੀਆਂ ਸਾਰੀਆਂ ਦਰਖਾਸਤਾਂ ਆ, ਇਹ ਸਬ ਡਿਵੀਜ਼ਨ ਦੇ ਵਿੱਚ ਨਾਇਬ ਤਹਿਸੀਲਦਾਰ ਨੂੰ ਦਿੱਤੀਆਂ ਜਾਂਦੀਆਂ, ਮਿੱਥੀ ਤਰੀਕ ਤੱਕ ਦਿੱਤੀਆਂ ਜਾਂਦੀਆਂ, ਜਿਹਦੇ ਵਿੱਚ ਦੱਸਿਆ ਜਾਂਦਾ ਕਿ ਇੰਨੀ ਤਰੀਕ ਤੱਕ ਜਿਹੜਾ ਬੰਦਾ ਨੰਬਰਦਾਰ ਬਣਨਾ ਚਾਹੁੰਦਾ ਉਹ ਆਪਣੀ ਦਰਖਾਸਤ ਦੇ ਸਕਦਾ। ਉਹ ਤੁਸੀਂ ਜਾ ਕੇ ਨਾਇਬ ਤਹਿਸੀਲਦਾਰ ਦੇ ਦੇਣੀ ਹੁੰਦੀ ਆ। ਇਹਦੇ ਬਾਬਤ ਪਹਿਲਾਂ ਡੌਣੀ ਪਟਾਈ ਜਾਂਦੀ ਆ, ਪਿੰਡ ਦੇ ਗੁਰਦੁਆਰਿਆਂ, ਮੰਦਰਾਂ ਦੇ ਵਿੱਚ, ਜਾਂ ਜੋ ਵੀ ਸਾਧਨ ਹੈ ਉਹਦੇ ਵਿੱਚ ਵੀ ਅਨਾਉਂਸਮੈਂਟ ਕਰਾਈ ਜਾਂਦੀ ਆ, ਤਾਂ ਕਿ ਸਾਰੇ ਬੰਦੇ ਜਿਹੜੇ ਇਹ 'ਚ ਅਪਲਾਈ ਕਰਨ ਉਹ ਕਰ ਸਕਦੇ ਆ। ਫਿਰ ਉਹ ਨਾਇਬ ਤਹਿਸੀਲਦਾਰ ਇੱਕ ਦਿਨ ਆਉਂਦਾ ਆ, ਉਹ ਦੇਖਦਾ ਵੀ ਜਿੰਨੇ ਕੈਂਡੀਡੇਟ ਆ ਗਏ ਆ, ਉਹ ਇੱਕ ਸਮੇਂ ਦੇ ਵਿੱਚ ਪੁਲਿਸ ਨੂੰ ਲਿਖਦਾ ਵੀ ਆਹ ਬੰਦੇ ਸਾਡੇ ਕੋਲ ਦਰਖਾਸਤਾਂ ਆਈਆਂ, ਇਹਨਾਂ ਦੇ ਕਰੈਕਟਰ ਬਾਰੇ ਜਾਂ ਇਹਨਾਂ ਦੇ ਚਾਲ ਚੱਲਣ ਬਾਰੇ ਸਾਨੂੰ ਦੱਸਿਆ ਜਾਵੇ। ਕਰੈਕਟਰ ਦਾ ਮਤਲਬ ਇਹ ਨਹੀਂ ਵੀ ਕਰੈਕਟਰ ਬਹੁਤ ਹਾਈ ਆ ਤੇ ਜਾ ਹੋ ਰਿਹਾ, ਕਿ ਇਹ ਇਹਦਾ ਪਿਛੋਕੜ ਚੋਰੀ ਕਰਦਾ ਤਾਂ ਨਹੀਂ, ਜਾਂ ਇਹ ਕ੍ਰਿਮੀਨਲ ਬੰਦਾ ਤਾਂ ਨਹੀਂ, ਮਤਲਬ ਜੋ ਵੀ ਉਹਦੇ ਵਿੱਚ ਬੰਦਾ ਚੰਗਾ ਸਰਕਾਰ ਦੇ ਰਿਕਾਰਡ ਵਿੱਚ ਹੈ, ਥਾਣੇ ਦੇ ਰਿਕਾਰਡ ਵਿੱਚ ਹੈ, ਉਹ ਸਾਰਿਆਂ ਨਾਲ ਲਾ ਕੇ ਫਾਈਲ ਜਿਹੜੀ ਆ ਉਹ ਪੂਰੀ ਤਿਆਰ ਕੀਤੀ ਜਾਂਦੀ ਆ। ਜਦੋਂ ਸਾਰੀ ਚੀਜ਼ ਕਰ ਲੈਂਦੇ ਆ ਤੇ ਉਹ ਫਿਰ ਇੱਕ ਤੁਹਾਨੂੰ ਤਰੀਕ ਦੇ ਦਿੰਦੇ ਸਾਰੇ ਕੈਂਡੀਡੇਟਾਂ ਨੂੰ, ਫਿਰ ਇੰਨੀ ਤਰੀਕ ਨੂੰ ਤੁਸੀਂ ਤਹਿਸੀਲਦਾਰ ਸਾਹਿਬ ਦੇ, ਜਿਹੜਾ ਵੱਡਾ ਤਹਿਸੀਲਦਾਰ ਜਿਹਨੂੰ ਆਪਾਂ ਕਹਿੰਦੇ ਆ, ਉੱਥੇ ਜਾ ਕੇ ਹਾਜ਼ਰ ਹੋਵੋ। ਸਾਰੇ ਜਾ ਕੇ ਉੱਥੇ ਹਾਜ਼ਰ ਹੋ ਜਾਂਦੇ ਆ, ਉਹ ਦੇਖਦੇ ਆ, ਘੋਖਦੇ ਆ, ਜ਼ਬਾਨੀ ਸਵਾਲ ਪੁੱਛਦੇ ਆ, ਜਾਂ ਜੇ ਕੋਈ ਹੋਰ ਗੱਲ ਹੋਵੇ, ਕੋਈ ਕਾਗਜ਼ ਤੁਹਾਡਾ ਲਾਉਣ ਵਾਲਾ ਰਹਿੰਦਾ ਹੋਵੇ, ਜਿਹੜਾ ਕਾਗਜ਼ ਤੁਹਾਡੀ ਮਦਦ ਕਰਦਾ ਹੋਵੇ, ਤੁਸੀਂ ਉੱਥੋਂ ਵੀ ਉਹਨਾਂ ਦੀ ਆਗਿਆ ਲੈ ਕੇ ਨਾਲ ਲਾ ਸਕਦੇ ਆ। ਜਦ ਕਿ ਉੱਧਰ ਲਾਉਣੇ ਪਹਿਲਾਂ ਹੀ ਹੁੰਦੇ ਆ, ਪਰ ਉੱਥੇ ਵੀ ਆਗਿਆ ਨਾਲ ਲਾਇਆ ਜਾ ਸਕਦਾ ਆ। ਤੇ ਉਹ ਤੁਹਾਨੂੰ ਜ਼ਬਾਨੀ ਪੁੱਛ ਕੇ ਜਦੋਂ ਉਹਨਾਂ ਦੀ ਤਸੱਲੀ ਹੁੰਦੀ ਆ, ਤੇ ਉਹ ਜਿਹੜਾ ਤਹਿਸੀਲਦਾਰ ਵੀ ਆ ਤੇ ਨਾਇਬ ਤਹਿਸੀਲਦਾਰ ਵੀ ਆ, ਉਹ ਇੱਕ ਸਿਫਾਰਿਸ਼ ਕਰਦੇ ਆ ਤੇ ਸਾਡੇ ਮੁਤਾਬਕ ਜੋ ਅਸੀਂ ਘੋਖਿਆ, ਜੋ ਪਤਾ ਕੀਤਾ, ਜਿਹਦੇ ਵਿੱਚ ਉਮਰ ਵੀ ਅਸੀਂ ਦੇਖ ਲਈ ਆ, ਪੜ੍ਹਾਈ ਵੀ ਦੇਖ ਲਈ ਆ, ਰਿਕਮੈਂਡੇਸ਼ਨ ਜਿਹੜੀ ਲੋਕਾਂ ਨੇ ਕੀਤੀ ਉਹ ਵੀ ਦੇਖ ਲਈ ਆ, ਜੋ ਪਿੰਡ ਵਾਸੀਆਂ ਨੂੰ ਲਿਖਿਆ ਉਹ ਵੀ ਆ, ਜੋ ਇਹਨੂੰ ਕੋਈ ਪ੍ਰਸ਼ੰਸਾ ਪੱਤਰ ਮਿਲੇ ਉਹ ਵੀ ਦੇਖ ਲਿਆ, ਜਾਂ ਇਹ ਸਾਬਕਾ ਫੌਜੀ ਆ, ਜੋ ਕੁਝ ਵੀ ਇਹਦੇ ਵਿੱਚ ਸੀ ਅਸੀਂ ਪੜ੍ਹ ਲਿਆ, ਦੇਖ ਲਿਆ, ਤੇ ਅਸੀਂ ਇਹਨਾਂ ਵਿੱਚੋਂ ਇਸ ਬੰਦੇ ਨੂੰ ਚਾਹੁੰਦੇ ਆ ਕਿ ਇਹਨੂੰ ਤਹਿਸੀਲਦਾਰ ਬਣਾਇਆ ਜਾਵੇ। ਇੱਦਾਂ ਹੀ ਨਾਇਬ ਲਿਖ ਦੇ ਕੇ ਸਿਫਾਰਿਸ਼ ਕਰਦਾ, ਇੱਦਾਂ ਤਹਿਸੀਲਦਾਰ ਜਿਹੜਾ ਉਹ ਲਿਖ ਕੇ ਡੀਸੀ ਸਾਹਿਬ ਨੂੰ, ਉਹ SDO ਸਿਵਲ, ਜਿਹਨੂੰ ਆਪਾਂ SDM ਵੀ ਕਹਿ ਦਿੰਦੇ ਆ, ਮਤਲਬ ਉਹਨੂੰ ਦਿੰਦਾ ਕਿ ਸਾਡੇ ਮੁਤਾਬਕ ਜੀ ਇਹਨੂੰ ਬਣਾਇਆ ਜਾਵੇ। ਫਿਰ ਉਹ ਜਦੋਂ ਉਹ ਦੇਖ ਲੈਂਦਾ ਤੇ ਉਹ ਫਿਰ ਸਾਰਿਆਂ ਨੂੰ ਤਰੀਕ ਦਿੰਦੇ ਵੀ ਤੁਸੀਂ SDM, ਜਿਹਨੂੰ SDO ਕਹਿੰਦੇ, ਸਿਵਲ ਕਹਿੰਦੇ ਆ, ਫਿਰ ਉਹਦੇ ਕੋਲ ਜਾ ਕੇ ਇੰਨੀ ਤਰੀਕ ਨੂੰ ਪੇਸ਼ ਹੋਵੋ। ਇਹ ਰਿਕਾਰਡ ਸਾਰਾ ਜਿਹੜਾ ਉੱਥੇ ਚੱਲ ਜਾਂਦਾ, ਉਸ ਤਰੀਕ ਨੂੰ ਜਦੋਂ ਸਾਰੇ ਉੱਥੇ ਪੇਸ਼ ਹੋ ਜਾਂਦੇ ਆ, ਜਦੋਂ ਪੇਸ਼ ਹੋ ਜਾਂਦੇ ਆ ਤੇ ਉੱਥੇ ਫਿਰ ਉਹ ਤੁਹਾਡਾ ਰਿਕਾਰਡ ਦੇਖਦੇ ਆ, ਰਿਕਮੈਂਡੇਸ਼ਨ ਦੇਖਦੇ ਆ ਵੀ ਤੁਹਾਡੇ ਜੇ ਪਿੰਡ ਦੇ ਕੀ ਲਿਖਿਆ, ਜੇ ਕੋਈ ਹੈ ਰਿਪੋਰਟ ਤਾਂ ਪਟਵਾਰੀ ਨੇ ਕੀ ਲਿਖਿਆ, ਨਾਇਬ ਤਹਿਸੀਲਦਾਰ ਨੇ ਕੀ ਲਿਖਿਆ, ਤੇ ਤਹਿਸੀਲਦਾਰ ਨੇ ਕੀ ਲਿਖਿਆ, ਕਿਹਨੂੰ ਬਣਾਇਆ, ਕਿਹਦੀ ਸਿਫਾਰਿਸ਼ ਕੀਤੀ ਆ, ਜੇ ਸਿਫਾਰਿਸ਼ ਕੀਤੀ ਆ ਤਾਂ ਕਿਉਂ ਕੀਤੀ ਆ, ਤਾਂ ਉਹ ਆਪਣੀ ਵੀ ਪੜਤਾਲ ਉੱਤੇ ਕਰ ਸਕਦੇ ਆ, ਆਪ ਵੀ ਸਵਾਲ ਪੁੱਛਦੇ ਆ। ਉੱਥੇ ਪੇਸ਼ ਹੋਣ ਲਈ ਜਿੱਥੇ ਤੁਸੀਂ ਆਪਣਾ ਕੁਝ ਆਪ ਦੱਸਣਾ, ਉੱਥੇ ਤੁਸੀਂ ਵਕੀਲ ਵੀ ਕਰ ਸਕਦੇ ਆ। ਵਕੀਲ ਵੀ ਤੁਹਾਡੇ ਤੋਂ ਗੱਲਾਂ ਪੁੱਛ ਕੇ, ਤੁਹਾਡਾ ਰਿਕਾਰਡ ਦੇਖ ਕੇ ਤੁਹਾਡੇ ਬਣਾ 'ਤੇ ਉਹ ਆਰਗੂ ਕਰ ਸਕਦੇ ਆ ਵੀ ਮੇਰਾ ਕਲਾਇੰਟ ਬਾਕੀ ਨਾਲੋਂ ਇਸ ਕਰਕੇ ਚੰਗਾ, ਮੇਰਾ ਕਲਾਇੰਟ ਇਸ ਕਰਕੇ ਬਾਕੀ ਨਾਲੋਂ ਚੰਗਾ, ਇਹਨੂੰ ਤਾਂ ਬਣਾਉਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਆਹ ਗੁਣ ਆ। ਪਰ ਜਦੋਂ ਉਹ ਵੀ SDO ਸਿਵਲ ਸੁਣ ਲੈਂਦਾ, ਜਿਹਨੂੰ ਆਪਾਂ SDM ਕਹਿੰਦੇ ਆ, ਤੇ ਉਹ ਫਿਰ ਉਹ ਵੀ ਸਿਫਾਰਿਸ਼ ਕਰਦਾ ਕਿ ਥੱਲੇ ਦੀ ਆਹ ਸਿਫਾਰਿਸ਼ ਆ, ਜਾਂ ਮੈਂ ਇਹਨਾਂ ਨਾਲ ਥੱਲੇ ਵਾਲੀ ਸਿਫਾਰਿਸ਼ ਨਾਲ ਸਹਿਮਤ ਆ, ਜਾਂ ਮੈਂ ਸਹਿਮਤ ਨਹੀਂ, ਤੇ ਮੈਂ ਕਿਹਨੂੰ ਚਾਹੁੰਦਾ, ਜੇ ਮੈਂ ਚਾਹੁੰਦਾ ਤੇ ਕਿਉਂ ਚਾਹੁੰਦਾ, ਉਹਦਾ ਕਾਰਨ ਰੀਜਨਿੰਗ ਉਹਦੇ ਵਿੱਚ ਲਿਖਦਾ, ਤੇ ਉਹ ਵੀ ਸਿਫਾਰਿਸ਼ ਗਾਹਾਂ ਕਰਕੇ ਤੇ ਇੱਕ DC ਸਾਹਿਬ ਦੇ ਸਾਰਿਆਂ ਨੂੰ ਪੇਸ਼ ਹੋਣ ਦੀ ਤਰੀਕ ਦਿੰਦਾ, ਪਰ ਇੰਨੀ ਤਰੀਕ ਨੂੰ ਜਾ ਕੇ ਤੁਸੀਂ DC ਸਾਹਿਬ ਦੇ ਦਫ਼ਤਰ ਪੇਸ਼ ਹੋ। ਉਹ ਵੀ ਮਿੱਥੀ ਤਰੀਕ ਦੇ ਸਾਰੇ ਜਿਹੜੇ ਉੱਤੇ ਪੇਸ਼ ਹੋ ਜਾਂਦੇ ਆ। ਤੇ ਜਿੱਦਾਂ ਮੈਂ ਪਹਿਲਾਂ ਦੱਸਿਆ, ਉਹ ਆਪ ਵੀ ਪੇਸ਼ ਹੋ ਸਕਦੇ ਆ,
ਤੇ ਆਪਣੇ ਵਕੀਲਾਂ ਰਾਹੀਂ ਵੀ ਪੇਸ਼ ਹੋ ਸਕਦੇ ਆ, ਵਕੀਲਾਂ ਤੋਂ ਵੀ ਆਰਗੂ ਕਰਾ ਸਕਦੇ ਆ, ਵਕੀਲ ਵੀ ਕਾਨੂੰਨ ਦੱਸ ਸਕਦੇ ਆ, ਵਕੀਲ ਵੀ ਪੜ੍ਹ ਕੇ ਇਕੱਲੇ ਦਾ ਕੇਸ ਦੱਸ ਸਕਦੇ ਆ ਵੀ ਮੇਰਾ ਕਲਾਇੰਟ ਕਿਉਂ ਵਧੀਆ, ਮੇਰਾ ਕਲਾਇੰਟ ਕਿਉਂ ਵਧੀਆ, ਮੇਰਾ ਕਲਾਇੰਟ ਕਿਉਂ ਬਣਨਾ ਚਾਹੀਦਾ, ਜਾਂ ਮੇਰਾ ਸਾਇਲ ਜਿਹੜਾ ਆ ਇਹ ਨੰਬਰਦਾਰ ਬਣਨ ਦੇ ਕਾਬਲ ਆ ਤੇ ਕਿਉਂ ਕਾਬਲ ਆ। ਉਹ ਜੇ ਬਾਕੀ ਆ ਜਿਹੜੇ ਆ ਜਿਹਦੀ ਰਿਕਮੈਂਡੇਸ਼ਨ ਐਸਡੀਓ ਨੇ ਕੀਤੀ ਆ ਉਹ ਵੀ ਗਲਤ ਆ, ਜਾਂ ਜਿਹੜੀ ਤਹਿਸੀਲਦਾਰ ਨੇ ਕੀਤੀ ਆ ਮੈਂ ਉਹਨਾਂ ਵੀ ਸਹਿਮਤ ਨਹੀਂ, ਮੇਰੇ ਸਾਇਲ ਨੂੰ ਬਣਾਇਆ ਜਾਵੇ, ਕਿਉਂ ਬਣਾਇਆ ਜਾਵੇ, ਉਹ ਉੱਥੇ ਆਰਗੂ ਕਰਦਾ, ਉਹ ਅਦਾਲਤ ਲੱਗਦੀ ਸੁਣਦੇ ਆ, ਨੋਟ ਕਰਦੇ ਆ। ਉਹ ਤੋਂ ਬਾਅਦ ਜਿਹੜਾ ਲੱਗੇ ਫਾਈਨਲ ਅਥਾਰਟੀ ਜਿਹੜੀ ਆ ਉਹ ਡੀਸੀ ਸਾਹਿਬ ਆ, ਤੇ ਡੀਸੀ ਸਾਹਿਬ ਜਿਹਨੂੰ ਚਾਹੁੰਦੇ ਆ ਹੁਕਮ ਦੀ ਤਰੀਕ ਦੇ ਕੇ ਕਿਸੇ ਟਾਈਮ ਤੇ ਉਸੇ ਵੇਲੇ ਸੁਣਦੇ ਉਹ ਇੱਕ ਬੰਦੇ ਨੂੰ ਜਿਹੜਾ ਚੰਗਾ ਲੱਗੇ ਉਹਨੂੰ ਬਣਾ ਦਿੰਦੇ ਆ, ਤੇ ਬਾਕੀਆਂ ਦਾ ਜਿਹੜਾ ਕਲੇਮ ਆ ਉਹ ਖਾਰਜ ਹੋ ਜਾਂਦਾ, ਉਹਨੂੰ ਬਣਾ ਦਿੰਦੇ ਆ। ਹੁਣ ਤੁਸੀਂ ਪੁੱਛਿਆ ਅਪੀਲ ਦਾ ਕੀ, ਜਿਹੜੇ ਬਾਕੀ ਹਾਰ ਗਏ ਆ, ਜਿਨ੍ਹਾਂ ਨੂੰ ਨਹੀਂ ਬਣਾਇਆ, ਜਿਨ੍ਹਾਂ ਨੂੰ ਤਹਿਸੀਲਦਾਰ ਨੇ ਤੋਂ ਲੈ ਕੇ ਜਾਂ ਉੱਪਰ ਤੱਕ ਜਾਂ ਡੀਸੀ ਸਾਹਿਬ ਨੇ ਆਖਰੀ ਸਭ ਕੰਸੀਡਰ ਨਹੀਂ ਕੀਤਾ, ਉਹ ਆਪਣੀ ਨਕਲ ਲੈ ਕੇ ਉਹ ਜਿਹੜੀ ਆ ਉਹ ਗਾਂ ਅਪੀਲ ਕਰ ਸਕਦੇ ਆ। ਉਹ ਫਾਈਨੈਂਸ਼ੀਅਲ ਕਮਿਸ਼ਨ ਦੇ ਜਿਹਨੂੰ ਐਫਸੀ ਕਹਿੰਦੇ ਆ ਉੱਥੇ ਜਾ ਕੇ ਵੀ ਉਹਦੇ ਅਗੇਂਸਟ ਅਪੀਲ ਹੋ ਸਕਦੀ ਆ। ਹਾਂਜੀ, ਉਹ ਤੋਂ ਗਾਂ ਵੀ ਅਪੀਲ ਹੋ ਸਕਦੀ ਆ। ਜਿੱਦਾਂ ਕੋਈ ਜਿਹੜਾ ਹਰਦਾ ਜਾਂਦਾ ਉਹਨੂੰ ਅਪੀਲ ਦਾ ਕਰਨਾ, ਤੁਸੀਂ ਹਾਈ ਕੋਰਟ ਵੀ ਜਾ ਸਕਦੇ ਆ, ਔਰ ਕਈ ਐਸਆਰ ਕਾਰਡ ਹੈਗੇ ਆ ਜਿਹੜੇ ਸੁਪਰੀਮ ਕੋਰਟ ਵੀ ਜਾ ਕੇ ਬਣੇ ਆ, ਕਿਉਂਕਿ ਰਾਈਟ ਟੂ ਫਾਈਟ ਆਪਣੇ ਕੇਸ ਨੂੰ ਸਮਝਾਉਣ ਲਈ ਤੁਸੀਂ ਵੱਡੀ ਤੋਂ ਵੱਡੀ ਅਦਾਲਤ ਵਿੱਚ ਪਰਮਿਸ਼ਨ ਲੈ ਕੇ ਜਾ ਸਕਦੇ ਆ ਤੇ ਆਪਣਾ ਦੱਸ ਸਕਦੇ ਆ। ਯਾਨੀ ਕਹਿਣ ਤੋਂ ਮਤਲਬ ਆ ਜਿਹੜਾ ਕੈਂਡੀਡੇਟ ਨਾ ਚੁਣਿਆ ਜਾਵੇ, ਮੰਨ ਲਓ 2 ਕੈਂਡੀਡੇਟ ਆ, ਇੱਕ ਚੁਣ ਹੋ ਗਿਆ, ਇੱਕ ਨਹੀਂ ਚੁਣ ਹੋ ਗਿਆ, ਜਾਂ 3 ਆ ਤਾਂ 2 ਤਾਂ ਰਹਿ ਗਏ, ਇੱਕ ਚੁਣ ਹੋ ਗਿਆ, ਉਹ ਜਿਹੜੇ ਨਹੀਂ ਚੁਣ ਹੋਏ ਉਹ ਨਕਲ ਲੈ ਕੇ ਆਪੋ ਆਪਣੀ ਅਲੱਗ ਅਪੀਲ ਕਰਦੇ। ਜਦੋਂ ਸਾਰੀਆਂ ਅਪੀਲਾਂ ਹੋ ਜਾਂਦੀਆਂ ਉਹਨਾਂ ਅਪੀਲਾਂ ਨੂੰ ਫਿਰ ਇਕੱਠਾ ਕਰ ਲਿਆ ਜਾਂਦਾ, ਇੱਕ ਦਿਨ ਦੇ ਕੇ ਫਿਰ ਉੱਤੇ ਜਿਹੜੀ ਵੱਡੀ ਅਦਾਲਤ ਹੁੰਦੀ ਆ ਉੱਤੇ ਵੀ ਸੁਣਿਆ ਜਾਂਦਾ, ਤੇ ਇੱਦਾਂ ਜਿਹੜਾ ਆ ਉਹ ਕਰਦਾ। ਜਿਹੜੀ ਉਹਦੀ ਅਪੁਆਇੰਟਮੈਂਟ ਆ ਉਹਦੀ ਉਹ ਅਪੁਆਇੰਟਮੈਂਟ ਸਿਰਫ ਜਿਹੜੀ ਆ ਉਹ ਡੀਸੀ ਸਾਹਿਬ ਦੀ ਕਰਨੀ ਆ, ਤੇ ਜੇ ਉੱਪਰੋਂ ਜੇ ਅਪੀਲ ਮਨਜ਼ੂਰ ਹੋਵੇ ਤੇ ਉਹ ਇੱਕ ਮਤਲਬ ਮਾਰਕ ਕਰਦੇ ਆ ਕਿ ਮੇਰੀ ਰਾਏ ਦੇ ਮੁਤਾਬਕ ਇਹਨੂੰ ਛੱਡ ਕੇ ਇਹਨੂੰ ਬਣਾਇਆ ਜਾਵੇ। ਅਪੁਆਇੰਟਮੈਂਟ ਫਿਰ ਉਹ ਡੀਸੀ ਸਾਹਿਬ ਦੀ ਕਰਨੀ ਆ। ਡੀਸੀ ਸਾਹਿਬ ਕੋਈ ਕਲੈਕਟਰ ਕੋਈ ਪਾਵਰਾਂ ਹੁੰਦੀਆਂ, ਹਰ ਜ਼ਿਲ੍ਹੇ ਦਾ ਡੀਸੀ ਜਿਹੜਾ ਆ, ਚਾਹੇ ਪਿੰਡ ਵਿੱਚ 2 ਬਣਨੇ ਹੋਣ, ਚਾਹੇ 3 ਬਣਨੇ ਹੋਣ, ਜਾਂ ਜਦੋਂ ਸੀਟ ਖਾਲੀ ਹੋਵੇ ਉਦੋਂ ਬਣਨਾ ਹੋਵੇ, ਤੇ ਉਹਨੂੰ ਬਣਾਉਣਾ ਜਿਹੜਾ ਆ ਉਹ ਡੀਸੀ ਸਾਹਿਬ ਨੇ ਬਣਾਉਣਾ ਆ। ਤੇ ਇਹ ਹੁਣ ਹੋਰ ਬੜਾ ਇਹ ਜਿਹੜਾ ਰੈਵਨਿਊ ਡਿਪਾਰਟਮੈਂਟ ਆ, ਜਿਹਨੂੰ ਆਪਾਂ ਮਾਲ ਮਹਿਕਮਾ ਕਹਿੰਦੇ ਆ, ਉਹ ਸਾਰੇ ਅਫਸਰਾਂ ਨਾਲ ਸਹਿਯੋਗ ਕਰਨ ਲਈ ਨੰਬਰਦਾਰ ਹੁੰਦਾ। ਯਾਨੀ ਨੰਬਰਦਾਰ ਜਿਹੜਾ ਇੱਕ ਸਰਕਾਰ ਤੇ ਮਾਲ ਮਹਿਕਮੇ ਦੇ ਜਿਹੜੇ ਅਫਸਰ ਆ ਉਹਨਾਂ ਵਿੱਚ ਇੱਕ ਕੜੀ ਦੇ ਵਜੋਂ ਕੰਮ ਕਰਦਾ। ਉਹਨਾਂ ਦੀ ਗੱਲ ਜਿਹੜੀ ਆ ਜਨਤਾ ਕੋਲ ਪਹੁੰਚਾਉਂਦਾ, ਜਿਹੜੀ ਜਨਤਾ ਦੀ ਗੱਲ ਹੈ ਉਹਨਾਂ ਕੋਲ ਪਹੁੰਚਾਉਂਦਾ, ਤਾਂ ਕਿ ਤਾਲਮੇਲ ਜਿਹੜਾ ਬਣਿਆ ਰਹੇ। ਉੱਦਾਂ ਵੀ ਪਿੰਡ ਵਿੱਚ ਜੇ ਕੋਈ ਮਾੜੀ ਗੱਲ ਹੁੰਦੀ ਆ ਜਿਹੜੀ ਕਿ ਸਰਕਾਰ ਦੇ ਧਿਆਨ ਵਿੱਚ ਆ, ਤੇ ਇਹ ਡਿਊਟੀ ਬਾਉਂਡ ਹੁੰਦਾ ਕਿ ਜਾ ਕੇ ਦੱਸੇ ਵੀ ਕੌਣ ਕੀ ਕਰ ਰਿਹਾ ਤੇ ਕੌਣ ਨਹੀਂ ਕਰ ਰਿਹਾ। ਮਿਸਾਲ ਦੇ ਤੌਰ 'ਤੇ ਜੇ ਆਪਾਂ ਹੁਣ ਘੱਟੋ ਘੱਟ ਗੱਲ ਕਰਨੀ ਆ, ਸਰਕਾਰ ਨੇ ਕਿਹਾ ਆ ਕਿ ਪਿੰਡਾਂ ਵਿੱਚ ਪਰਾਲੀ ਨੂੰ ਕੋਈ ਅੱਗ ਨਾ ਲਾਓ, ਤੇ ਲੋਕ ਨਹੀਂ ਲਾਉਂਦੇ। ਮੰਨ ਲਓ ਕੋਈ ਲਾਉਂਦਾ ਆ, ਉਹਦੀ ਸ਼ਿਕਾਇਤ ਕਰਨੀ ਆ, ਤੇ ਉਹਦੇ ਵਿੱਚ ਇਹ ਕੋਲ ਹਰ ਵੇਲੇ ਇਖਤਿਆਰ ਆ ਇਹ ਜਾ ਕੇ ਕਹਿ ਸਕਦਾ ਕਿ ਫਲਾਣੇ ਬੰਦੇ ਨੇ ਅੱਗ ਲਾਈ ਆ, ਮਾੜੀ ਕੀਤੀ ਆ, ਧੂੰਆਂ ਕੀਤਾ ਹੈ, ਨਹੀਂ ਕਰਨਾ ਚਾਹੀਦਾ। ਮਤਲਬ ਜਿਹਨੂੰ ਸ਼ਿਕਾਇਤ ਦੀ ਸ਼ਕਲ 'ਚ ਕਹਿੰਦੇ ਆ। ਔਰ ਇਹਨਾਂ ਕਰਕੇ ਵੀ ਥੋੜ੍ਹਾ ਜਿਹਾ ਉਹ ਇਹਦਾ ਅਹੁਦਾ ਜਿਹੜਾ ਉਹ ਬਦਨਾਮ ਆ, ਕਿਉਂਕਿ ਇਹਨਾਂ ਹਰ ਵੇਲੇ ਸਰਕਾਰ ਦੀ ਮਦਦ ਕਰਨੀ ਹੁੰਦੀ ਆ ਨੰਬਰਦਾਰ ਨੇ। ਇਸ ਕਰਕੇ ਬਾਹਲੀ ਚੰਗੀ ਨਿਗਾਹ ਨਾਲ ਕਈ ਵਾਰੀ ਨਹੀਂ ਦੇਖਿਆ ਜਾਂਦਾ, ਕਿਉਂਕਿ ਸਰਕਾਰ ਦਾ ਪੱਖ ਪੂਰਨਾ ਹੁੰਦਾ, ਪਿੰਡ ਦੇ ਲੋਕਾਂ ਦਾ ਪੱਖ ਜਿਹੜਾ ਘੱਟ ਪੂਰਨਾ ਹੁੰਦਾ। ਇਸ ਕਰਕੇ ਬਈ ਇਹ ਇੱਕ ਪਿੰਡ ਵਿੱਚ ਤੁਸੀਂ ਕਹਿ ਲਓ ਕਿ ਸਰਪੰਚ ਦੇ ਮੁਕਾਬਲੇ ਦੀ ਹੁਣ ਪੋਸਟ ਬਣ ਗਈ ਆ। ਦੋ ਬੰਦੇ ਰਲ ਕੇ ਪੰਚਾਇਤ ਦਾ ਜਿਹੜਾ ਸਰਪੰਚ ਆ ਤੇ ਨੰਬਰਦਾਰ ਆ ਮੁੱਖ ਤੌਰ 'ਤੇ ਪਿੰਡ ਨੂੰ ਚਲਾਉਂਦੇ ਆ। ਫਰਕ ਸਿਰਫ ਇਹ ਆ ਕਿ ਜਿਹੜੇ ਸਰਪੰਚ ਆ ਉਹਨਾਂ ਨੂੰ ਅੱਜ ਕੱਲ੍ਹ ਲੱਖਾਂ ਦੇ ਗ੍ਰਾਂਟ ਮਿਲਦੀ ਆ, ਵੱਖ ਕੰਮਾਂ ਦੀ ਮਿਲਦੀ ਆ। ਉਹਨੇ ਉਹ ਵੱਖ ਕੰਮਾਂ 'ਤੇ ਖਰਚ ਕਰਕੇ ਪਿੰਡ ਦੀ ਡਿਵੈਲਪਮੈਂਟ ਕਰਨੀ ਹੁੰਦੀ ਆ। ਇਹ ਨਹੀਂ ਰੈਵਨਿਊ ਡਿਪਾਰਟਮੈਂਟ ਜਿਹੜਾ ਮਾਲ ਮਹਿਕਮਾ ਆ, ਪਟਵਾਰੀ ਤੋਂ ਲੈ ਕੇ ਡੀਸੀ ਤੱਕ, ਜਾਂ ਮਤਲਬ ਤਹਿਸੀਲਦਾਰ ਕਹਿ ਲਓ ਜਾਂ ਐਸਡੀਓ ਤੱਕ, ਜਿਹੜੇ ਵੀ ਅਫਸਰ ਆਏ ਉਹਨਾਂ ਦੀ ਟਾਈਮ ਟੂ ਟਾਈਮ ਜਿਹੜੀ ਮਦਦ ਕਰਦੀਆਂ, ਔਖੇ ਸਮੇਂ ਵੀ ਮਦਦ ਕਰਦੀਆਂ, ਸਰਕਾਰ ਦਾ ਸਾਥ ਦੇਣਾ, ਸਰਕਾਰ ਵਿੱਚ ਖੜੀ ਕਰਦੀਆਂ। ਤੇ ਉਦੋਂ ਅੰਗਰੇਜ਼ਾਂ ਵੇਲੇ ਦੀ ਪੋਸਟ ਕ੍ਰੀਏਟ ਕੀਤੀ ਆ
ਉਹਨੇ ਆਪਣੇ ਇੱਕ ਵਫਾਦਾਰ ਬੰਦੇ ਨੂੰ ਬਣਾਇਆ ਸੀ, ਜਿਹੜਾ ਸਰਕਾਰ ਪ੍ਰਤੀ ਵਫਾਦਾਰ ਰਵੇ। ਜਿਹੜਾ ਪਿੰਡ ਦਾ ਸਰਪੰਚ ਆ ਉਹ ਆਮ ਕਰਕੇ ਲੋਕਾਂ ਪ੍ਰਤੀ ਵਫਾਦਾਰ ਰਹਿੰਦਾ, ਲੇਕਿਨ ਜਿਹੜਾ ਨੰਬਰਦਾਰ ਆ ਇਹ ਆਮ ਕਰਕੇ ਪਿੰਡ ਦੇ ਜਿਹੜੇ ਆਮ ਕਰਕੇ ਜਿਹੜੇ ਸਰਕਾਰ ਆ ਉਹਦੇ ਪ੍ਰਤੀ ਵਫਾਦਾਰ ਰਹਿਣਾ ਹੁੰਦਾ। ਤੇ ਜਿਹੜਾ ਪਿੰਡ ਦਾ ਸਰਪੰਚ ਆ ਜਾਂ ਪੰਚਾਇਤ ਆ ਉਹ ਆਮ ਕਰਕੇ ਲੋਕਾਂ ਦੇ ਭਲੇ ਲਈ ਲੋਕਾਂ ਪ੍ਰਤੀ ਵਫਾਦਾਰ ਰਹਿਣਾ। ਇਹ ਇਹਨਾਂ ਦਾ ਫਰਕ ਆ। ਦੂਸਰਾ ਇਹਨਾਂ ਦਾ ਇਹ ਫਰਕ ਆ ਕਿ ਉਹਦੀ ਅਪਾਇੰਟਮੈਂਟ ਹੁੰਦੀ ਆ, ਉਹ ਡੀਸੀ ਦੀ ਖੁਸ਼ੀ ਆ ਕਿ ਕਿਹਨੂੰ ਬਣਾਉਣਾ, ਉਹ ਮੈਰਿਟ ਤੇ ਵੀ ਬਣਾ ਸਕਦਾ। ਅੱਜ ਕੱਲ੍ਹ ਐਮਐਲਏਆਂ ਦੀ ਬਹੁਤ ਕਈ ਵਾਰੀ ਇੰਟਰਫੀਅਰੈਂਸ ਆ, ਉਹਨਾਂ ਦੇ ਕਹਿ ਵੀ ਬਣ ਜਾਂਦੇ ਆ, ਮਿਨਿਸਟਰਾਂ ਦੇ ਕਹਿ ਵੀ ਬਣ ਜਾਂਦੇ ਆ। ਪਰ ਪਿੰਡ ਦਾ ਇੱਕ ਜਿਹੜਾ ਸਰਪੰਚ ਆ ਉਹ ਇਲੈਕਟਡ ਮਤਲਬ ਹੁੰਦਾ ਸਰਪੰਚ, ਉਹ ਲੋਕ ਰਾਜ ਵਿੱਚ ਲੋਕਾਂ ਦੀਆਂ ਵੋਟਾਂ ਨਾਲ ਬਣਦਾ। ਜਿਹਦੀਆਂ ਜ਼ਿਆਦਾ ਵੋਟਾਂ ਹੋਣ ਉਹ ਸਰਪੰਚ ਬਣ ਜਾਂਦਾ। ਇਸੇ ਕਰਕੇ ਕਾਨੂੰਨ ਦੀ ਨਿਗਾਹ ਵਿੱਚ ਉਹਦੀ ਮਹੱਤਤਾ ਵੀ ਜ਼ਿਆਦਾ ਆ। ਉਹਨੂੰ ਖਰਚ ਕਰਨ ਲਈ ਪੈਸਾ ਵੀ ਦਿੱਤਾ ਜਾਂਦਾ, ਉਹਨੂੰ ਪਿੰਡ ਦੀ ਡਿਵੈਲਪਮੈਂਟ ਵੀ ਕਰਨੀ ਚਾਹੁੰਦੀ ਆ। ਪਰ ਆਪਾਂ ਅੱਜ ਜਿਹੜੀ ਗੱਲ ਕਰਦੇ ਸੀ ਉਹ ਨੰਬਰਦਾਰ ਦੀ ਕਰਦੇ ਸੀ। ਤੋਂ ਮੁੱਖ ਦੀ ਗੱਲ ਆ, ਪਿੰਡ ਵਿੱਚ ਨੰਬਰਦਾਰ ਇੱਕ ਤੋਂ ਵਾਧੂ ਵੀ ਹੋ ਸਕਦੇ ਆ। ਜਿੰਨੀ ਜ਼ਰੂਰਤ ਆ ਪਿੰਡ ਨੂੰ ਜਦੋਂ ਦੱਸਦੇ ਆ, ਜਦੋਂ ਮਹਿਕਮਾ ਸੋਚਦਾ ਆ ਕਿ ਹੋਰ ਵੀ ਚਾਹੀਦੇ ਆ, ਉਹ ਪੋਸਟ ਕ੍ਰੀਏਟ ਕਰ ਦਿੰਦੇ ਆ। ਉਹਦੀ ਬੁਨਿਆਦੀ ਕਰਾ ਦਿੱਤੀ ਜਾਂਦੀ ਆ, ਸਪੀਕਰਾਂ ਵੱਲ ਦੱਸਿਆ ਜਾਂਦਾ, ਫਿਰ ਦਰਖਾਸਤਾਂ ਮੰਗੀਆਂ ਜਾਂਦੀਆਂ। ਫਿਰ ਜਿਹਦੇ ਜ਼ਿਆਦਾ ਨੰਬਰ ਹੋਣ, ਜਿਹੜਾ ਵਧੀਆ ਪੜ੍ਹਿਆ ਲਿਖਿਆ ਹੋਵੇ, ਜਿਹਦੀ ਉਮਰ ਠੀਕ ਹੋਵੇ, ਜਿਹੜਾ ਪੁਰਾਣੇ ਨੰਬਰਦਾਰ ਦੇ ਵਿੱਚੋਂ ਹੋਵੇ, ਜਿਹੜਾ ਸਾਬਕਾ ਫੌਜੀ ਹੋਵੇ, ਜਿਹੜਾ ਗੌਰਮੈਂਟ ਦੀ ਟਾਈਮ ਟੂ ਟਾਈਮ ਮਦਦ ਕਰਦਾ ਰਿਹਾ ਹੋਵੇ, ਜਿਹੜੇ ਹੱਕ 'ਚ ਪੰਚਾਇਤ ਹੋਵੇ, ਮਤਲਬ ਜਿਹੜੀ ਇੱਦਾਂ ਦੀਆਂ ਗੱਲਾਂ ਉਹ ਇੱਕ ਇੱਕ ਪੁਆਇੰਟ ਬਣਦਾ ਜਾਂਦਾ। ਤੇ ਜਿਹਦੇ ਜ਼ਿਆਦਾ ਪੁਆਇੰਟ ਹੋਣ, ਜਿਹੜਾ ਜ਼ਿਆਦਾ ਗੁੱਡ ਬੁੱਕ 'ਚ ਹੋਵੇ, ਲੋਕਾਂ ਦੀ ਗੁੱਡ ਬੁੱਕ 'ਚ ਵੀ ਹੋਵੇ, ਉਹਨੂੰ ਆਮ ਕਰਕੇ ਨੰਬਰਦਾਰ ਬਣਾ ਦਿੱਤਾ ਜਾਂਦਾ। ਔਰ ਇਹ ਤਨਖਾਹ ਤੁਸੀਂ ਕੀਤੀ ਸੀ ਗੱਲ, ਉਹ ਤਨਖਾਹ ਜਿਹੜੀ ਸਰਕਾਰ ਦਿੰਦੀ ਆ, ਜਿਹੜੀ ਟਾਈਮ ਟੂ ਟਾਈਮ ਬਦਲਦੀ ਰਹਿੰਦੀ ਹੈ। ਸਰਕਾਰਾਂ ਆਉਣ 'ਤੇ ਕਈ ਵਾਰ ਘਟਾ ਦਿੰਦੇ ਆ, ਕਈ ਵਾਰ ਵਧਾ ਦਿੰਦੇ ਆ। ਉਹ ਜਿਹੜੀ ਹੋਵੇ ਉਹ ਇਹਨਾਂ ਨੂੰ ਮਿਲਦੀ ਰਹਿੰਦੀ ਆ। ਇਸ ਕਰਕੇ ਤੁਹਾਡੇ ਜਵਾਬ ਆ, ਤੁਹਾਡੇ ਸਵਾਲ ਦਾ ਜਵਾਬ ਆ ਉਹ ਇਹ ਆ, ਮੈਂ ਇੱਕ ਤੋਂ ਵੱਧ ਵੀ ਨੰਬਰਦਾਰ ਬਣ ਸਕਦੇ ਆ, ਪਿੰਡ ਵਿੱਚ ਹੋ ਸਕਦੇ ਆ ਲੋੜ ਮੁਤਾਬਕ। ਤੇ ਜਿਹੜੇ ਹਾਰ ਜਾਂਦੇ ਆ ਉਹ ਆਪਣੀ ਅਪੀਲ ਵੀ ਕਰ ਸਕਦੇ, ਉਦੋਂ ਤੱਕ ਅਪੀਲ ਕਰ ਸਕਦੇ ਆ, ਸੁਪਰੀਮ ਕੋਰਟ ਤੱਕ ਵੀ ਜਾ ਸਕਦੇ ਆ, ਜਦ ਤੱਕ ਉਹਨਾਂ ਦੀ ਤਸੱਲੀ ਨਹੀਂ ਹੁੰਦੀ, ਕਾਨੂੰਨ ਉਹਨਾਂ ਨੂੰ ਰੋਕਦਾ ਨਹੀਂ। ਸੋ ਇਹ ਸੀ ਸਾਡਾ ਅੱਜ ਦਾ ਵਿਸ਼ਾ ਨੰਬਰਦਾਰ ਦੀ ਨਿਯੁਕਤੀ। ਜੇਕਰ ਤੁਹਾਨੂੰ ਇਸ ਸੰਬੰਧੀ ਕੋਈ ਵੀ ਸਵਾਲ ਹੋਵੇ ਤੇ ਸਾਨੂੰ ਈਮੇਲ ਰਾਹੀਂ ਭੇਜ ਸਕਦੇ ਹੋ। ਤੇ ਜੇਕਰ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਵਧੀਆ ਲੱਗਾ ਹੋਵੇ ਤੇ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰ ਦਿਓ। ਧੰਨਵਾਦ।